ਚੰਡੀਗੜ੍ਹ ਦੇ 22 ਪਿੰਡਾਂ ਨੂੰ ਲਾਲ ਡੋਰੇ ਤੋਂ ਹਟਾਉਣ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਵੱਲੋਂ ਲੋਕ ਸਭਾ 'ਚ ਜ਼ੋਰਦਾਰ ਤਰੀਕੇ ਦੇ ਨਾਲ ਚੰਡੀਗੜ੍ਹ ਦਾ ਮੁੱਦਾ ਚੁੱਕਿਆ ਗਿਆ। ਉਹਨਾਂ 5 ਅਹਿਮ ਮੁੱਦੇ ਚੁੱਕੇ ਜੋ ਕਿ ਸਿੱਧੇ ਸ਼ਹਿਰ ਵਸਨੀਕਾਂ ਦੇ ਅਧਿਕਾਰਾਂ ਦੇ ਭਵਿੱਖ ਨਾਲ ਜੁੜੇ ਹੋਏ ਨੇ। ਉਹਨਾਂ ਨੇ ਕੇਂਦਰ ਨੂੰ ਇਸ ਮੁੱਦੇ ਤੇ ਧਿਆਨ ਦੇਣ ਦੀ ਗੱਲ ਆਖੀ ਹੈ। ਚੰਡੀਗੜ੍ਹ 'ਚ ਸ਼ਹਿਰ ਵਸਾਉਣ ਦੇ ਲਈ ਭਵਨ ਨਿਰਮਾਣ ਦੌਰਾਨ ਬਹੁਤ ਸਾਰੇ ਮਜ਼ਦੂਰ ਅਤੇ ਕਾਰੀਗਰ ਦੂਜੇ ਸੂਬਿਆਂ ਤੋਂ ਆਏ ਸਨ, ਜੋ ਬਾਅਦ ਦੇ ਵਿੱਚ ਇੱਥੇ ਹੀ ਝੁੱਗੀਆਂ ਝੋਪੜੀਆਂ ਬਣਾ ਕੇ ਰਹਿਣ ਲੱਗੇ ਸਨ। ਇਹਨਾਂ 'ਚ ਕਈ ਕੱਚੇ ਪੱਕੇ ਮਕਾਨ ਬਣੇ ਸਨ। ਇਹਨਾਂ ਲੋਕਾਂ ਨੇ ਪੁਨਰਵਾਸ ਲਈ ਸਕੀਮ ਤਹਿਤ ਫਲੈਟ ਬਣਾ ਕੇ ਦਿੱਤੇ ਗਏ ਸਨ, ਜਿਨ੍ਹਾਂ ਨੂੰ ਲੀਜ਼ ਜਾਂ ਕਿਰਾਏ ਤੇ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਇਹਨਾਂ ਫਲੈਟਾਂ ਤੇ ਅਲੱਗ-ਅਲੱਗ ਬੈਂਕਾਂ ਤੋਂ ਲੋਨ ਕਰਵਾਏ ਗਏ। ਬਹੁਤ ਸਾਰੇ ਲੋਕਾਂ ਨੇ ਲੋਨ ਉਤਾਰ ਦਿੱਤਾ ਤੇ ਉਹ ਆਪਣਾ ਮਾਲਕਾਨਾ ਹੱਕ ਮੰਗ ਰਹੇ ਹਨ। ਇਸ 'ਚ ਕੁਝ ਕਲੋਨੀਆਂ ਦੀ ਅਲਾਟਮੈਂਟ 2020-22 ਚ ਪੂਰੀ ਹੋ ਚੁੱਕੀ ਹੈ। ਚੰਡੀਗੜ੍ਹ 'ਚ ਅਜਿਹੀਆਂ 18 ਕਲੋਨੀਆਂ ਬਣਾਈਆਂ ਗਈਆਂ ਸਨ, ਜਿਸ 'ਚ 13,500 ਮਕਾਨਾਂ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਹੈ। ਚੰਡੀਗੜ੍ਹ ਦੇ 22 ਪਿੰਡਾਂ ਨੂੰ ਲਾਲ ਡੋਰੇ ਤੋਂ ਹਟਾਉਣ ਦਾ ਮਾਮਲਾ ਇੱਕ ਵਾਰੀ ਫਿਰ ਚੁੱਕਿਆ ਗਿਆ ਹੈ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਲਾਲ ਡੋਰਾ ਬਣੇ ਰਹਿਣ ਕਾਰਨ ਉਹਨਾਂ ਦੇ ਘਰਾਂ ਤੇ ਜ਼ਮੀਨਾਂ ਦੀ ਰਜਿਸਟਰੀ ਨਹੀਂ ਹੋ ਪਾ ਰਹੀ, ਜਿਸ ਨਾਲ ਮਾਲਕਾਨਾ ਹੱਕ ਲਟਕ ਰਿਹਾ। ਨਾ ਤਾਂ ਬੈਂਕਾਂ ਤੋਂ ਲੋਨ ਮਿਲ ਪਾ ਰਿਹਾ ਹੈ ਤੇ ਨਾ ਹੀ ਨਿਰਮਾਣ ਕਾਰਜ ਹੋ ਪਾ ਰਿਹਾ ਹੈ। ਲਾਲ ਡੋਰਾ ਹਟਣ ਤੋਂ ਬਾਅਦ प्रॉपर्टी नियमित हो जाएगी तो प्रशासन विकास कार्य शुरू कर सकेगा। सीधे सीधे तौर पर केंद्र सरकार के अधीन चंडीगढ़ में कुछ ऐसे महत्वपूर्ण लोगों के मसले हैं जो पिछले 25 वर्ष से लंबित, और मैं उन मसलों को आपके समक्ष और इस सदन के समक्ष रखना चाहता हूं। जो ओनरशिप राइट्स है, जो शेयर वाइज सेल है प्रॉपर्टी की, उसके ऊपर रोक लगी है अवैध तरीके से। जो लोग रिलीफ और रिहैबिलिटेशन बस्तियों में रहते हैं, उनका ये मालिकाना हक का मामला पिछले 25 वर्ष से लंबित है। जो 22 गांव हैं जिनकी धरती के ऊपर चंडीगढ़ बसा है, उसमें लाल डोरे को खत्म करने का जो मसला है वो पिछले 25 वर्ष से लंबित है। जो नीड बेस्ड चेंजेस लोगों ने किए हैं चंडीगढ़ हाउसिंग बोर्ड के मकानों में, वो मसला भी पिछले 2 दशक से लंबित है। ऐसे ही कई मसले हैं कोऑपरेटिव हाउसिंग सोसाइटीज के और ग्रुप हाउसिंग सोसाइटीज के, जो भी बहुत देर से लंबित है। मैं आपके माध्यम से ये आग्रह करना चाहता हूं सरकार को कि शायद 12 दिसंबर को सरकार ने इन मसलों के ऊपर गृह मंत्रालय में कोई बैठक रखी है। मेरा अनुरोध ये है कि जो ये 25 साल से लंबित मामले हैं, इनका कोई ना कोई निर्वाहन करके लोगों को जल्द से जल्द राहत पहुंचाई जाए। ਚੰਡੀਗੜ੍ਹ ਦੇ ਕਈ ਕੋਆਪਰੇਟਿਵ ਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਪੈਂਡਿੰਗ ਮਾਮਲਿਆਂ ਨੂੰ ਲੈ ਕੇ ਮੈਂਬਰਾਂ 'ਚ ਨਾਰਾਜ਼ਗੀ ਹੈ। ਹੋਰ ਰਜਿਸਟਰੀ ਬੰਦ ਹੋਣ, ਆਡਿਟ ਪਲਾਨਿੰਗ 'ਚ ਅਨੁਮਤੀ ਦੀ ਦੇਰੀ, ਕਾਨੂੰਨੀ ਵਿਵਾਦ ਤੇ ਪ੍ਰਸ਼ਾਸਨਿਕ ਫਾਈਲਾਂ ਦੇ ਅੜੇ ਰਹਿਣ ਕਾਰਨ ਲੋਕ ਮਾਲਕਾਨਾ ਹੱਕ ਨਹੀਂ ਲੈ ਪਾ ਰਹੇ। ਪੈਂਡਿੰਗ ਫਾਈਲਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਕੀਤੀ ਜਾਵੇ। ਜਿਨ੍ਹਾਂ ਸੁਸਾਇਟੀਆਂ ਦਾ ਰਿਕਾਰਡ ਸਹੀ ਹੈ, ਉੱਥੇ ਤੁਰੰਤ ਰਜਿਸਟਰੀ ਸ਼ੁਰੂ ਕੀਤੀ ਜਾਵੇ। ਚੰਡੀਗੜ੍ਹ 'ਚ ਸ਼ਹਿਰ ਵਸਾਉਣ ਦੇ ਲਈ ਭਵਨ ਨਿਰਮਾਣ ਦੌਰਾਨ ਬਹੁਤ ਸਾਰੇ ਮਜ਼ਦੂਰ ਅਤੇ ਕਾਰੀਗਰ ਦੂਜੇ ਸੂਬਿਆਂ ਤੋਂ ਆਏ ਸਨ, ਜੋ ਬਾਅਦ ਦੇ ਵਿੱਚ ਇੱਥੇ ਹੀ ਝੁੱਗੀਆਂ ਝੋਪੜੀਆਂ ਬਣਾ ਕੇ ਰਹਿਣ ਲੱਗੇ ਸਨ। ਇਹਨਾਂ 'ਚ ਕਈ ਕੱਚੇ ਪੱਕੇ ਮਕਾਨ ਬਣੇ ਸਨ। ਇਹਨਾਂ ਲੋਕਾਂ ਨੇ ਪੁਨਰਵਾਸ ਲਈ ਸਕੀਮ ਤਹਿਤ ਫਲੈਟ ਬਣਾ ਕੇ ਦਿੱਤੇ ਗਏ ਸਨ, ਜਿਨ੍ਹਾਂ ਨੂੰ ਲੀਜ਼ ਜਾਂ ਕਿਰਾਏ ਤੇ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਇਹਨਾਂ ਫਲੈਟਾਂ ਤੇ ਅਲੱਗ-ਅਲੱਗ ਬੈਂਕਾਂ ਤੋਂ ਲੋਨ ਕਰਵਾਏ ਗਏ। ਬਹੁਤ ਸਾਰੇ ਲੋਕਾਂ ਨੇ ਲੋਨ ਉਤਾਰ ਦਿੱਤਾ ਤੇ ਉਹ ਆਪਣਾ ਮਾਲਕਾਨਾ ਹੱਕ ਮੰਗ ਰਹੇ ਹਨ। ਇਸ 'ਚ ਕੁਝ ਕਲੋਨੀਆਂ ਦੀ ਅਲਾਟਮੈਂਟ 2020-22 ਚ ਪੂਰੀ ਹੋ ਚੁੱਕੀ ਹੈ। ਚੰਡੀਗੜ੍ਹ 'ਚ ਅਜਿਹੀਆਂ 18 ਕਲੋਨੀਆਂ ਬਣਾਈਆਂ ਗਈਆਂ ਸਨ, ਜਿਸ 'ਚ 13,500 ਮਕਾਨਾਂ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਹੈ। ਚੰਡੀਗੜ੍ਹ ਦੇ 22 ਪਿੰਡਾਂ ਨੂੰ ਲਾਲ ਡੋਰੇ ਤੋਂ ਹਟਾਉਣ ਦਾ ਮਾਮਲਾ ਇੱਕ ਵਾਰੀ ਫਿਰ ਚੁੱਕਿਆ ਗਿਆ ਹੈ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਲਾਲ ਡੋਰਾ ਬਣੇ ਰਹਿਣ ਕਾਰਨ ਉਹਨਾਂ ਦੇ ਘਰਾਂ ਤੇ ਜ਼ਮੀਨਾਂ ਦੀ ਰਜਿਸਟਰੀ ਨਹੀਂ ਹੋ ਪਾ ਰਹੀ, ਜਿਸ ਨਾਲ ਮਾਲਕਾਨਾ ਹੱਕ ਲਟਕ ਰਿਹਾ। ਨਾ ਤਾਂ ਬੈਂਕਾਂ ਤੋਂ ਲੋਨ ਮਿਲ ਪਾ ਰਿਹਾ ਹੈ ਤੇ ਨਾ ਹੀ ਨਿਰਮਾਣ ਕਾਰਜ ਹੋ ਪਾ ਰਿਹਾ ਹੈ। ਲਾਲ ਡੋਰਾ ਹਟਣ ਤੋਂ ਬਾਅਦ प्रॉपर्टी नियमित हो जाएगी तो प्रशासन विकास कार्य शुरू कर सकेगा। सीधे सीधे तौर पर केंद्र सरकार के अधीन चंडीगढ़ में कुछ ऐसे महत्वपूर्ण लोगों के मसले हैं जो पिछले
25 वर्ष से लंबित है। और मैं उन मसलों को आपके समक्ष और इस सदन के समक्ष रखना चाहता हूं। जो ओनरशिप राइट्स है, जो शेयर वाइज सेल है प्रॉपर्टी की, उसके ऊपर रोक लगी है अवैध तरीके से। जो लोग रिलीफ और रिहैबिलिटेशन बस्तियों में रहते हैं, उनका ये मालिकाना हक का मामला पिछले 25 वर्ष से लंबित है। जो 22 गांव हैं जिनकी धरती के ऊपर चंडीगढ़ बसा है, उसमें लाल डोरे को खत्म करने का जो मसला है वो पिछले 25 वर्ष से लंबित है। जो नीड बेस्ड चेंजेस लोगों ने किए हैं चंडीगढ़ हाउसिंग बोर्ड के मकानों में, वो मसला भी पिछले 2 दशक से लंबित है। ऐसे ही कई मसले हैं कोऑपरेटिव हाउसिंग सोसाइटीज के और ग्रुप हाउसिंग सोसाइटीज के, जो भी बहुत देर से लंबित है। मैं आपके माध्यम से ये आग्रह करना चाहता हूं सरकार को कि शायद 12 दिसंबर को सरकार ने इन मसलों के ऊपर गृह मंत्रालय में कोई बैठक रखी है। मेरा अनुरोध ये है कि जो ये 25 साल से लंबित मामले हैं, इनका कोई ना कोई निर्वाहन करके लोगों को जल्द से जल्द राहत पहुंचाई जाए। ਚੰਡੀਗੜ੍ਹ ਦੇ ਕਈ ਕੋਆਪਰੇਟਿਵ ਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਪੈਂਡਿੰਗ ਮਾਮਲਿਆਂ ਨੂੰ ਲੈ ਕੇ ਮੈਂਬਰਾਂ 'ਚ ਨਾਰਾਜ਼ਗੀ ਹੈ। ਹੋਰ ਰਜਿਸਟਰੀ ਬੰਦ ਹੋਣ, ਆਡਿਟ ਪਲਾਨਿੰਗ 'ਚ ਅਨੁਮਤੀ ਦੀ ਦੇਰੀ, ਕਾਨੂੰਨੀ ਵਿਵਾਦ ਤੇ ਪ੍ਰਸ਼ਾਸਨਿਕ ਫਾਈਲਾਂ ਦੇ ਅੜੇ ਰਹਿਣ ਕਾਰਨ ਲੋਕ ਮਾਲਕਾਨਾ ਹੱਕ ਨਹੀਂ ਲੈ ਪਾ ਰਹੇ। ਪੈਂਡਿੰਗ ਫਾਈਲਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਕੀਤੀ ਜਾਵੇ। ਜਿਨ੍ਹਾਂ ਸੁਸਾਇਟੀਆਂ ਦਾ ਰਿਕਾਰਡ ਸਹੀ ਹੈ, ਉੱਥੇ ਤੁਰੰਤ ਰਜਿਸਟਰੀ ਸ਼ੁਰੂ ਕੀਤੀ ਜਾਵੇ। निडर हाँ निरपक्ष रहांगे, आजाद हाँ सच कहांगे। गल करांगे सियासी हवा दी, हुक्मरानां नूं होणगे सिद्धे सवाल। सब तो पहला पहुंचावांगे तुहाडे तक सिर्फ सच्ची खबर। हर मसले ते रहेगी तिखी नज़र, दसांगे कौन कर रहा है किहदे ते ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। अब धर्म, धरोहर, संस्कृति और सेहत की होगी बात। अब D5 चैनल हिंदी भी होगा साथ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।